ਅੱਜ ਤੁਹਾਨੂੰ ਦਿਖਾਉਣਾ 900 ਸਾਲ ਪੁਰਾਣਾ ਕਿਲਾ ਪ੍ਰਿਥਵੀ ਰਾਜ ਚੌਹਾਨ ਦਾ। ਪ੍ਰਿਥਵੀ ਰਾਜ ਚੌਹਾਨ ਬਾਰੇ ਗੱਲ ਦੱਸਦਿਆਂ ਕਿ ਜਿਹੜੀਆਂ ਉਹਦੇ ਸਰੀਰ ਨਾਲ ਨਾ ਢਾਲਾਂ ਢੂਲਾਂ ਬੰਨੀਆਂ ਹੁੰਦੀਆਂ ਸੀ, ਤੁਸੀਂ ਐਂ ਲਾ ਲਓ ਹਿਸਾਬ ਵੀ 2 ਕੁਆਂਟਲ ਭਾਰ ਉਹ ਆਪਦੇ ਸਰੀਰ ਨਾਲ ਬੰਨ੍ਹ ਕੇ ਰੱਖਦਾ ਸੀ। ਜੇ ਅੱਜ ਕੱਲ੍ਹ ਕਿਸੇ ਬੰਦੇ ਦੀ ਨਾ ਪਿੱਠ ਨਾਲ ਪਲਟੀਨਾ ਮੋਟਰਸਾਈਕਲ ਬੰਨ੍ਹ ਦੇਣਾ ਹੋਵੇ ਤੇ ਉਹਨੂੰ ਕਿਵੇਂ ਲੱਗੂਗਾ, ਇੰਨਾ ਭਾਰ ਉਹਦਾ ਪਿੰਡੇ ਨਾਲ ਬੰਨਿਆ ਹੁੰਦਾ ਸੀ। ਤੇ ਤੁਸੀਂ ਆਪ ਹਿਸਾਬ ਲਾ ਲਓ ਵੀ ਉਹ ਕਿੱਡਾ ਤਕੜਾ ਰਾਜਾ ਸੀ। ਕਿਹੜੇ ਵੇਲੇ ਦੀਆਂ ਇਹ ਇੱਟਾਂ ਲੱਗੀਆਂ ਚੂਨੇ ਦੇ ਵਿੱਚ ਜਿਹੜੀਆਂ ਉਵੇਂ ਖੜੀਆਂ। ਆ ਜਾਓ ਸਾਰੇ ਇਤਿਹਾਸ ਦੀ ਗੱਲ ਕਰਦੇ ਆ ਤੇ ਕਿਲਾ ਦਿਖਾਉਂਦੇ ਆ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ। ਇਤਿਹਾਸ ਦਾ ਫਿਰ ਇੱਕ ਵੱਖਰਾ ਪੰਨਾ ਲੈ ਕੇ ਆਏ ਆ। 900 ਸਾਲ ਪੁਰਾਣਾ ਪ੍ਰਿਥਵੀ ਰਾਜ ਚੌਹਾਨ ਦਾ ਕਿਲਾ ਅਜੇ ਵੀ ਹੈਗਾ। ਇਹ ਅਸੀਂ ਹਰਿਆਣੇ ਦੇ ਵਿੱਚ ਆ। ਕਿਸੇ ਸਮੇਂ ਨੂੰ ਤਰਾਇਣ ਕਹਿੰਦੇ ਸੀ, ਤਰਾਈ ਵੀ ਕਹਿੰਦੇ ਰਹੇ ਸੀ, ਹੁਣ ਤਰਾਵੜੀ ਆਖਦੇ ਆ। ਇਹ ਤਕਰੀਬਨ ਕਿਲਾ ਬਹੁਤ ਪੁਰਾਣਾ। ਤਰਾਈ ਦਾ ਤੁਸੀਂ ਹੋ ਸਕਦਾ ਇਤਿਹਾਸ 'ਚ ਪੜ੍ਹਿਆ ਹੋਵੇ ਵੀ 1191 ਤੇ 92 'ਚ 2 ਲੜਾਈਆਂ ਹੋਈਆਂ ਸੀ ਵੱਡੀਆਂ ਮੁਹੰਮਦ ਗੌਰੀ ਦੇ ਨਾਲ। ਇਹ ਉਸ ਸਮੇਂ ਦਾ ਗਵਾਹ ਇਹ ਕਿਲਾ। ਹੁਣ ਆਪਦੇ ਕਹਿ ਲੈ ਕੋਈ ਆਖਰੀ ਸਾਹਾਂ 'ਤੇ ਜ਼ਰੂਰ ਆ, ਪਰ ਹਜੇ ਵੀ ਚੜ੍ਹਦੀ ਕਲਾ ਦੇ ਵਿੱਚ ਆ। ਇਹ ਪ੍ਰਿਥਵੀ ਰਾਜ ਚੌਹਾਨ ਬਾਰੇ ਥੋੜ੍ਹਾ ਜਿਹਾ ਤੁਹਾਨੂੰ ਮੈਂ ਦੱਸ ਦਿਆਂ। ਇਹਨਾਂ ਦਾ ਜਨਮ ਹੋਇਆ ਸੀਗਾ 1166 ਔਰ 68 ਦਾ ਦਰਮਿਆਨ ਦੱਸਿਆ ਜਾਂਦਾ। ਇਹ ਅਜਮੀਰ ਜੋ ਰਾਜਸਥਾਨ ਦੇ ਵਿੱਚ ਉੱਥੋਂ ਦੇ ਰਾਜੇ ਦਾ ਮੁੰਡਾ ਸੀ ਪ੍ਰਿਥਵੀ ਰਾਜ ਚੌਹਾਨ। ਇਹਨਾਂ ਦੇ ਬਾਰੇ ਕਹਿੰਦੇ ਚੰਦ ਵਰਦਾਈ ਨੇ ਵੀ ਲਿਖਿਆ ਵਾ, ਜਿਨ੍ਹਾਂ ਦੀ ਸੀ ਪ੍ਰਿਥਵੀ ਰਾਜ ਰਾਸੋ ਕਹਿ ਲਓ ਕਿ ਸਵੈ ਜੀਵਨੀ ਲਿਖੀ ਸੀਗੀ ਪ੍ਰਿਥਵੀ ਰਾਜ ਚੌਹਾਨ ਬਾਰੇ। ਇਹ ਭਾਰਤ ਦਾ ਹਿੰਦੂ ਮਹਾਨ ਰਾਜਾ ਹੋਇਆ। ਇਤਿਹਾਸ ਦੇ ਵਿੱਚ ਬਹੁਤ ਅਦਬ ਤੇ ਸਤਿਕਾਰ ਦੇ ਨਾਲ ਨਾਂ ਲਿਆ ਜਾਂਦਾ, ਕਿਉਂਕਿ ਬਹੁਤ ਯੋਧਾ ਤੇ ਸੂਰਵੀਰ ਬੰਦਾ ਸੀ। ਅੱਜ ਉਸ ਕਿਲੇ ਦੀਆਂ ਆਪਾਂ ਝਲਕਾਂ ਦੇਖਾਂਗੇ ਵੀ ਕੀ ਇਹਦੇ ਵਿੱਚ ਕਿਵੇਂ ਖਾਸ ਸੀ, ਇਹਦੇ ਵਿੱਚ ਖਾਸੀਅਤ ਸੀ ਤੇ ਕਿੰਨਾ ਹਜੇ ਬਚਿਆ ਵਾ। ਇਹ ਬਹੁਤ ਵੱਡਾ ਇਤਿਹਾਸ ਆ। ਆਉਣ ਵਾਲੇ ਸਮਿਆਂ ਦੇ ਲਈ ਇਹਨੂੰ ਵੀਡੀਓ ਨੂੰ ਸਾਂਭ ਕੇ ਰੱਖ ਲਿਓ। ਤੁਸੀਂ ਆਪਦੇ ਬੱਚੇ ਨੂੰ ਦਿਖਾ ਸਕਦੇ ਹੋ ਵੀ ਪ੍ਰਿਥਵੀ ਰਾਜ ਚੌਹਾਨ ਕੌਣ ਸੀ। ਆਜੋ ਦੇਖੀਏ। ਅੱਜ ਵੀ ਤੁਸੀਂ ਜਾਓਗੇ ਨਾ ਇੱਥੇ ਤਾਂ ਤੁਹਾਨੂੰ ਹਾਥੀ ਘੋੜਿਆਂ ਦੀ ਮਹਿਕ ਅੱਜ ਵੀ ਇਹ ਇੱਟਾਂ ਦੇ ਵਿੱਚੋਂ ਉਵੇਂ ਮਿਲੂਗੀ। ਤੁਸੀਂ ਅੱਖਾਂ ਬੰਦ ਕਰੋਗੇ ਇਹਦੇ ਸਾਹਮਣੇ ਖੜ ਕੇ ਤਾਂ ਤੁਹਾਨੂੰ ਐਲਕਾਰ ਇਹਦੇ ਦਰਵਾਜ਼ਿਆਂ ਦੇ ਵਿੱਚ ਖੜੇ ਦਿਸਣਗੇ। ਇਸ ਹਿਸਾਬ ਨਾਲ ਬਣਿਆ। ਤੇ ਕਮਾਲ ਦੀ ਗੱਲ ਇਹ ਆ ਵੀ ਜਿਹੜੇ ਦਰਵਾਜ਼ੇ ਖੜੇ ਆ ਨਾ, ਉਹਨਾਂ ਦੀ ਬਰੀਕੀ ਉਸੇ ਤਰ੍ਹਾਂ ਬਰਕਰਾਰ ਆ ਜੋ ਮਿਸਤਰੀਆਂ ਨੇ ਉਹਨਾਂ ਦਿਨਾਂ ਦੇ ਵਿੱਚ ਇੱਟ ਲਾਤੀ। ਆਜੋ ਤੁਹਾਨੂੰ ਇਕੱਲੇ ਕਿਲੇ ਬਾਰੇ ਜਾਣਕਾਰੀ ਨਹੀਂ ਦੇਣੀ, ਇਤਿਹਾਸ ਬਾਰੇ ਵੀ ਜਾਣਕਾਰੀ ਦੇਣੀ ਆ। ਵੀਰ ਬਣ ਕੇ ਇੱਕ ਬੇਨਤੀ ਆ, ਮਿਹਨਤ ਬਹੁਤ ਹੋਈ ਆ, ਦੂਰ ਬਹੁਤ ਸੀ, ਸ਼ੇਅਰ ਕਰ ਦਿਆ ਕਰੋ, ਹੌਸਲਾ ਹੋ ਜਾਂਦਾ ਇੰਨੇ ਨਾਲ। ਪਿਆਰੇ ਦਰਸ਼ਕੋ, ਜੋ ਪਹਿਲੀ ਤਰਾਇਣ ਦੀ ਲੜਾਈ ਹੋਈ ਸੀ ਨਾ, ਜਿਵੇਂ ਦੱਸਿਆ ਸਾਨੂੰ ਵੀ 1191 'ਚ ਹੋਈ ਸੀ ਪ੍ਰਿਥਵੀ ਰਾਜ ਚੌਹਾਨ ਤੇ ਮੁਹੰਮਦ ਗੌਰੀ ਦੇ ਵਿੱਚ। ਇਹ ਜਿਹੜਾ ਤਰਾਵੜੀ ਆ ਜਾਂ ਤਰਾਇਣ ਦਾ ਸਥਾਨ ਆ, ਇਹ ਕਰਨਾਲ ਦੇ ਕੋਲ ਪੈਂਦਾ। ਤੇ ਇਸ ਜੰਗ ਦੇ ਵਿੱਚ ਮੁਹੰਮਦ ਗੌਰੀ ਹਾਰ ਗਿਆ ਸੀ। ਤੇ ਮੁਹੰਮਦ ਗੌਰੀ ਅਫਗਾਨਿਸਤਾਨ ਦੇ ਵਿੱਚ ਪੈਂਦਾ ਗਜਨੀ, ਉੱਥੋਂ ਦਾ ਸੀਗਾ। ਤੋ ਇਸ ਜੰਗ ਦੇ ਵਿੱਚ ਜ਼ਖਮੀ ਹੋ ਗਿਆ ਸੀ ਤੇ ਆਪਦੇ ਸਿਪਾਹੀਆਂ ਨਾਲ ਵਾਪਸ ਭੱਜ ਗਿਆ ਸੀ। ਇਸ ਜੰਗ ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਦੀ ਜਿੱਤ ਹੋਈ ਸੀ। ਤੇ ਦੂਜੀ ਜਿਹੜੀ ਲੜਾਈ ਹੋਈ ਸੀ ਤਰਾਇਣ ਦੀ 1192 ਦੇ ਵਿੱਚ। ਤੇ ਇਸ ਜੰਗ ਦੇ ਵਿੱਚ ਕੀ ਹੋਇਆ ਸੀ ਵੀ ਜਿਹੜਾ ਮੁਹੰਮਦ ਗੌਰੀ ਸੀ ਉਹ ਚਾਹੁੰਦਾ ਸੀ ਕਿ ਮੈਂ ਆਪਦੇ ਰਾਜ ਨੂੰ ਹੋਰ ਵਧਾਵਾਂ ਤੇ ਉਹ ਆਪਦੀ ਹਾਰ ਦਾ ਵੀ ਬਦਲਾ ਲੈਣਾ ਚਾਹੁੰਦਾ ਸੀ। ਇਸੇ ਤਹਿਤ ਉਹਨੇ ਕੀ ਕੀਤਾ ਕਿ ਆਪਦੀ ਫੌਜ ਦੇ ਵਿੱਚ ਜੋਸ਼ ਭਰਿਆ, ਚੰਗੇ ਕਮਾਂਡਰ ਲਏ, ਚੰਗੇ ਹਥਿਆਰ ਲਏ ਤੇ ਉਹਨੇ ਦੁਬਾਰੇ ਫਿਰ ਹਮਲਾ ਕੀਤਾ ਇੱਧਰਲੇ ਪਾਸੇ। ਤੇ ਇਸੇ ਸਥਾਨ ਦੇ ਉੱਤੇ ਜਿੱਥੇ ਅੱਜ ਅਸੀਂ ਖੜੇ ਹਾਂ, ਇੱਥੇ ਫਿਰ ਜੰਗ ਹੋਈ। ਕਹਿੰਦੇ ਵੀ ਪ੍ਰਿਥਵੀ ਰਾਜ ਚੌਹਾਨ ਦੇ ਕੋਲੇ ਲੱਖਾਂ ਦੇ ਵਿੱਚ ਫੌਜ ਸੀ ਤੇ ਹਾਥੀ ਵੀ ਵੱਡੀ ਤਾਦਾਦ ਦੇ ਵਿੱਚ ਸੀ। ਤੇ ਕਿਹਾ ਜਾਂਦਾ ਵੀ ਜਦੋਂ ਹਾਥੀਆਂ ਨੇ ਗੋਲਾ ਬਰੂਦ ਚੱਲਦਾ ਦੇਖਿਆ, ਮੁਹੰਮਦ ਗੌਰੀ ਕੋਲੇ ਗੋਲਾ ਬਰੂਦ ਚੰਗਾ ਸੀਗਾ, ਉਸ ਖੜਕੇ ਦੇ ਨਾਲ ਨਾ ਵਾਪਸ ਭਾਰਤ ਕਹਿ ਲਓ ਕਿ ਪ੍ਰਿਥਵੀ ਰਾਜ ਚੌਹਾਨ ਦੀ ਫੌਜ ਨੂੰ ਹੀ ਕੁਚਲਤਾ, ਜਿਹਦੇ ਕਰਕੇ ਪ੍ਰਿਥਵੀ ਰਾਜ ਚੌਹਾਨ ਦੀ ਹਾਰ ਵੀ ਹੋਈ। ਇਹਦੀ ਹਾਰ ਦੇ ਹੋਰ ਵੀ ਬਹੁਤ ਸਾਰੇ ਕਾਰਨ ਨੇ ਤੇ ਅੰਤ ਵਿੱਚ ਮੁਹੰਮਦ ਗੌਰੀ ਦੀ ਜਿੱਤ ਹੋ ਗਈ ਸੀ। ਜੇ ਆਪਾਂ ਇਹਦੀ ਹਾਰ ਦੀ ਗੱਲ ਕਰੀਏ ਨਾ, ਇਹਦੇ ਵਿੱਚ ਕਈ ਕਾਰਨ ਸੀ, ਕਿਉਂਕਿ ਜਿਹੜੇ ਭਾਰਤੀ ਰਾਜੇ ਸੀਗੇ ਜਾਤਾਂ ਪਾਤਾਂ 'ਚ ਵੰਡੇ ਹੋਏ ਸੀ, ਨਾ ਕੋਈ ਇਹਨਾਂ ਕੋਲ ਚੰਗੇ ਹਥਿਆਰ ਸੀ। ਤੇ ਉੱਧਰਲੇ ਪਾਸੇ ਜੋ ਮੁਸਲਮਾਨ ਸੀ ਮੁਹੰਮਦ ਗੌਰੀ, ਉਹਦੇ ਕੋਲ ਹਥਿਆਰ ਬਹੁਤ ਤਕੜੇ ਸੀਗੇ, ਕਿਉਂਕਿ ਨਿੱਤ ਦਾ ਕੰਮ ਉਹਨੂੰ ਡਾਂਗ ਸੁੱਟਾ ਚੱਲਦਾ ਹੀ ਰਹਿੰਦਾ ਸੀ ਉੱਥੇ, ਜਿਹਦੇ ਕਰਕੇ ਹਥਿਆਰ ਚੰਗੇ ਸੀ। ਦੂਜਾ ਜਿਹੜੇ ਭਾਰਤ ਦੇ ਰਾਜੇ ਸੀ, ਇਹ ਇੱਕ ਦੂਜੇ ਦੇ ਅਧੀਨ ਕੰਮ ਕਰਕੇ ਨਹੀਂ ਸੀ ਰਾਜੀ ਹੁੰਦੇ। ਉਹ ਚਾਹੁੰਦੇ ਸੀ ਵੀ ਅਸੀਂ ਕਾਹਤੋਂ ਛੋਟੇ ਹੋਣਾ। ਤੇ ਦੂਜੀ ਗੱਲ ਜਿਹੜੇ ਸੀਗੇ ਆਪਣੇ ਉਹ ਮੁਸਲਮਾਨ, ਉਹ ਕਹਿ ਲਓ ਕਿ ਇੱਕ ਧਰਮ ਦੇ ਲਈ ਲੜ ਰਹੇ ਸੀ, ਇੱਕ ਧਰਮ ਦੇ ਲੜ ਰਹੇ ਸੀ। ਜਦੋਂ ਕਿ ਪ੍ਰਿਥਵੀ ਰਾਜ ਚੌਹਾਨ ਦੇ ਸੀ ਜਿਹੜੇ ਫੌਜ,
ਉਹ ਅਲੱਗ-ਅਲੱਗ ਧਰਮ ਕਹ ਲਓ ਕਿ ਮਤਾਂ ਨੂੰ ਫੋਲੋ ਕਰਦੇ ਸੀ। ਕੋਈ ਵੈਸ਼ਨਵ ਮਤ ਸੀ, ਕੋਈ ਸ਼ੈਵ ਮਤ ਸੀ, ਅੱਡ-ਅੱਡ ਜਾਤਾਂ 'ਚ ਵੰਡੇ ਸੀ। ਤੇ ਇੱਕ ਵੱਡੀ ਗੱਲ ਸਾਨੂੰ ਇਹ ਦੱਸਦੇ ਆ ਵੀ ਹਿੰਦੂਇਜ਼ਮ ਦੇ ਵਿੱਚ ਕਸ਼ੱਤਰੀ ਹੀ ਮੈਦਾਨ 'ਚ ਲੜਦੇ ਆ। ਇਸੇ ਕਰਕੇ ਕਿਸੇ ਨੇ ਬਹੁਤਿਆਂ ਨੇ ਜ਼ਿੰਮੇਵਾਰੀ ਨਹੀਂ ਸਮਝੀ ਵੀ ਸਭ ਕਸ਼ੱਤਰੀ ਲੜਦੇ ਫਿਰਨਗੇ। ਇਸੇ ਕਰਕੇ ਤਰਾਇਨ ਦੀ ਦੂਜੀ ਲੜਾਈ ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਦੀ ਹਾਰ ਹੋਈ ਸੀ। ਜਦੋਂ ਕਹ ਲਓ ਕਿ ਪ੍ਰਿਥਵੀ ਰਾਜ ਚੌਹਾਨ ਨੂੰ ਫੜ ਕੇ ਲੈ ਗਏ ਸੀ ਨਾ ਗਜਨੀ, ਕਿਹਾ ਜਾਂਦਾ ਵੀ ਉੱਥੇ ਉਹਦੀਆਂ ਅੱਖਾਂ ਕੱਢਤੀਆਂ ਸੀ। ਤੇ ਜਦੋਂ ਉੱਥੇ ਅੱਖਾਂ ਕੱਢਤੀਆਂ ਤੇ ਪ੍ਰਿਥਵੀ ਰਾਜ ਚੌਹਾਨ ਤੀਰ ਅੰਦਾਜ਼ੀ 'ਚ ਬੜਾ ਮਾਹਰ ਸੀਗਾ। ਤੇ ਕਹਿੰਦੇ ਵੀ ਮੁਹੰਮਦ ਗੌਰੀ ਨੇ ਆਖਿਆ ਵੀ ਚੱਲ ਹੁਣ ਦਿਖਾ ਕਲਾ ਆਪਦੀ। ਕਿਤੇ ਉਹਨੇ ਕੀ ਕੀਤਾ ਕਿ ਤੀਰ ਕਮਾਨ ਫੜਾਤਾ ਪ੍ਰਿਥਵੀ ਰਾਜ ਚੌਹਾਨ ਨੂੰ। ਤੇ ਮੁਹੰਮਦ ਗੌਰੀ ਨੇ ਕਦੇ ਪਿੱਤਲ ਦਾ ਸੀਗਾ ਕੋਈ ਤਵਾ, ਉਹਦੇ ਤੇ ਖੜਾ ਕੀਤਾ ਵੀ ਚੱਲ ਲਾ ਨਿਸ਼ਾਨਾ। ਤੇ ਪ੍ਰਿਥਵੀ ਰਾਜ ਚੌਹਾਨ ਨੇ ਮੁਹੰਮਦ ਗੌਰੀ ਦੇ ਪਿੱਤਲ ਤਵੇ ਦੀ ਖੜਕਾਈ ਹੋਈ ਆਵਾਜ਼ ਸੁਣ ਕੇ ਅੰਦਾਜ਼ਾ ਲਾ ਕੇ ਵੀ ਤੀਰ ਇੰਨੀ ਜ਼ੋਰ ਦੀ ਛੱਡਿਆ ਕਿ ਸਿੱਧਾ ਮੁਹੰਮਦ ਗੌਰੀ ਦੀ ਹਿੱਕ 'ਚ ਵੱਜਿਆ ਤੇ ਤੁਰੰਤ ਮੁਹੰਮਦ ਗੌਰੀ ਦੀ ਵੀ ਮੌਤ ਹੋ ਗਈ ਸੀ। ਲਾ ਲਓ ਵੀ ਹਿਸਾਬ ਵੀ ਐਡਾ ਵੱਡਾ ਨਿਸ਼ਾਨ ਚੀਜ਼ ਸੀ, ਠੀਕ ਆ ਨਾ। ਤੇ ਕਿਹਾ ਜਾਂਦਾ ਵੀ ਉਦੋਂ ਬਾਅਦ ਦੇ ਵਿੱਚ ਮੁਹੰਮਦ ਗੌਰੀ ਦੀ ਮੌਤ ਤੋਂ ਬਾਅਦ ਪ੍ਰਿਥਵੀ ਰਾਜ ਚੌਹਾਨ ਤੇ ਚੰਦ ਬਰਦਾਈ ਨੇ ਮੌਕੇ ਤੇ ਆਤਮ ਹੱਤਿਆ ਕਰ ਲਈ ਸੀ। ਕੁਝ ਲੋਕ ਆਖਦੇ ਵੀ ਮੌਕੇ ਤੇ ਚੰਦ ਬਰਦਾਈ ਸੀਗਾ ਤੇ ਕੁਝ ਕਹਿੰਦੇ ਆ ਵੀ ਨਹੀਂ ਸੀ, ਠੀਕ ਹੈ ਨਾ। ਕਈ ਵਾਰੀ ਇਤਿਹਾਸ ਬਹੁਤ ਲੰਬਾ, ਤਕਰੀਬਨ 900 ਸਾਲ ਹੋ ਗਿਆ। ਕਿਹਾ ਜਾਂਦਾ ਵੀ ਅੱਜ ਵੀ ਜਦੋਂ ਮੁਹੰਮਦ ਕਹ ਲਓ ਕਿ ਪ੍ਰਿਥਵੀ ਰਾਜ ਚੌਹਾਨ ਨੂੰ ਦਫਨਾਇਆ ਸੀ ਨਾ ਗਜਨੀ ਦੀ ਹੱਦ ਦੇ ਉੱਤੇ ਜਾ ਕੇ, ਤੇ ਅੱਜ ਵੀ ਕਹਿੰਦੇ ਉੱਥੇ ਮੁਸਲਮਾਨ ਕੀ ਕਰਦੇ ਆ ਕਿ ਰੱਸਾ ਬੰਨਿਆ ਹੋਇਆ ਵਾ ਤੇ ਉੱਥੇ ਜਾ ਕੇ ਮੁਹੰਮਦ ਗੌਰੀ ਦੀ ਥਾਂ ਤੇ ਠੁੱਡੇ ਮਾਰਦੇ ਆ। ਮਤਲਬ ਉਹ ਅਜੇ ਵੀ ਰੋਸ ਜ਼ਾਹਰ ਕਰਦੇ ਆ ਵੀ ਸਾਡੇ ਰਾਜੇ ਨੂੰ ਤੁਸੀਂ ਮਾਰਿਆ ਸੀ। ਉਹ ਰੋਸ ਜ਼ਾਹਰ ਕਰਦੇ ਆ। ਮਤਲਬ ਉਹਨਾਂ ਦਾ ਇੱਕ ਆਪਦੇ ਫਿਰਕੇ ਦੇ ਵਿੱਚ ਇੱਕ ਮਤ ਆ ਵੀ ਅਸੀਂ ਗੁੱਸਾ ਜ਼ਾਹਰ ਕਰਨਾ ਵੀ ਸਾਡੇ ਰਾਜ ਨੂੰ ਮਾਰਿਆ ਸੀ, ਠੀਕ ਆ ਨਾ। ਬਹੁਤ ਸਾਰੀਆਂ ਕੋਸ਼ਿਸ਼ਾਂ ਵੀ ਹੋਈਆਂ ਵਾ ਵੀ ਕਿੱਦਾਂ ਪ੍ਰਿਥਵੀ ਰਾਜ ਚੌਹਾਨ ਦੀ ਜਿਹੜੀਆਂ ਅਸਥੀਆਂ ਸੀ ਉਹ ਭਾਰਤ ਲਿਆਈਆਂ ਜਾਣ। ਉਹਦੇ ਬਾਰੇ ਸਾਨੂੰ ਕਨਫਰਮ ਨਹੀਂ ਵੀ ਉਹ ਅਸਥੀਆਂ ਇੰਡੀਆ 'ਚ ਆਈਆਂ ਜਾਂ ਨਹੀਂ ਆਈਆਂ, ਪਰ ਇੱਕ ਇਤਿਹਾਸਕ ਪੱਖ ਤੋਂ ਬਹੁਤ ਵੱਡਾ ਰਾਜਾ ਸੀ ਪ੍ਰਿਥਵੀ ਚੌਹਾਨ। ਤੇ ਮੁਹੰਮਦ ਗੌਰੀ ਵੀ ਉਹਨਾਂ ਦੇ ਪੱਖ ਤੋਂ ਦੇਖੀਏ ਤੇ ਉਹ ਵੀ ਬਹੁਤ ਵੱਡਾ ਤੇ ਤਾਕਤਵਰ ਰਾਜਾ ਸੀ, ਠੀਕ ਆ ਨਾ। ਅਗਰ ਕਿਲੇ ਦੀ ਹਾਲਤ ਬਾਰੇ ਆਪਾਂ ਗੱਲ ਕਰੀਏ ਵੀ ਚੂਨੇ ਦਾ ਬਣਿਆ ਹੋਇਆ ਵਾ ਤੇ ਅੰਦਰਲੇ ਪਾਸੋਂ ਮਿੱਟੀ ਵਰਤੀ ਗਈ ਹੈ, ਰੋੜੇ। ਉਹ ਅੱਗੇ ਰੋੜੇ ਹੁੰਦੇ ਸੀ, ਉਹਨੂੰ ਰਗੜ ਰਗੜ ਕੇ ਬਣਾਇਆ ਜਾਂਦਾ ਸੀ। ਉਹ ਨਿੱਕੀ ਇੱਟ ਦਾ ਬਣਿਆ ਹੋਇਆ ਵਾ ਸਾਰਾ ਹੀ ਇਹ। ਤੇ ਇਸ ਵਕਤ ਤਾਂ 2 ਦਰਵਾਜ਼ੇ ਤਾਂ ਬਹੁਤ ਉਸ ਸਮੇਂ ਦੀਆਂ ਨਿਸ਼ਾਨੀਆਂ ਪਈਆਂ ਨੇ। ਤੇ ਆਹ ਹਾਲਾਤ ਤੁਹਾਡੇ ਸਾਹਮਣੇ ਤੁਸੀਂ ਵੇਖ ਰਹੇ ਹੋ ਹਨਾ। ਤੇ ਖੁੱਲੇ ਗੇਟ ਆ ਤੇ ਇੱਥੇ ਕਿਸੇ ਸਮੇਂ ਵੱਡੇ ਵੱਡੇ ਹਾਥੀ ਘੋੜੇ ਆਪਦੀਆਂ ਹਨਾ ਨੁਮਾਇਸ਼ਾਂ ਲਾਉਂਦੇ ਹੋਣਗੇ ਵੀ ਫਲਾਨਾ ਮੰਤਰੀ ਸੀ, ਫਲਾਨਾ ਸੰਤਰੀ ਸੀ। ਇਹਨਾਂ ਕਿਲਿਆਂ 'ਚ ਰੌਣਕਾਂ ਲੱਗੀਆਂ ਹੋਣਗੀਆਂ। ਤੁਸੀਂ ਵੇਖੋਗੇ ਅੰਦਰਲੇ ਪਾਸੇ ਕਮਰੇ ਦੇ ਅੰਦਰ ਵੀ ਖਾਲੀ ਪੋਰਸ਼ਨ ਰੱਖੇ ਗਏ ਆ। ਮਤਲਬ ਤੁਸੀਂ ਦੇਖ ਰਹੇ ਹੋ, ਤੁਹਾਡੀ ਸਕਰੀਨ ਤੇ ਵੀ ਚੱਲ ਰਿਹਾ ਵਾ ਵੀ ਉੱਥੇ ਦੀਵੇ ਰੱਖਣ ਨੂੰ, ਉੱਥੇ ਮਸ਼ਾਲਾਂ ਰੱਖਣ ਨੂੰ, ਉੱਥੇ ਪੜ੍ਹਾਈ ਪੜ੍ਹਦੇ ਹੋਣਗੇ ਹਨਾ। ਵਿਦਵਾਨ ਵੀ ਸੀ ਕਿਉਂਕਿ ਪ੍ਰਿਥਵੀ ਰਾਜ ਚੌਹਾਨ ਦੇ ਸਮੇਂ ਚੰਦ ਬਰਦਾਈ ਬਹੁਤ ਵੱਡਾ ਵਿਦਵਾਨ ਹੋਇਆ ਵਾ, ਠੀਕ ਹੈ ਨਾ। ਇਸ ਕਿਸਮ ਦਾ ਸੀ ਤੇ ਹੋਰ ਵੀ ਤੁਹਾਨੂੰ ਦਿਖਾਉਣੇ ਇਹਦੇ ਬਾਰੇ। ਜਿਹੜਾ ਮੁਹੰਮਦ ਗੌਰੀ ਸੀ ਨਾ, ਉਹ ਵੀ ਬਰਾਬਰ ਦਾ ਹੀ ਸਿੰਘ ਸੀ। ਵੀ ਤੁਸੀਂ ਐਂ ਕਹਿ ਸਕਦੇ ਆ ਬਈ ਇੱਥੇ ਦੁਨੀਆ ਦੇ 2 ਮਹਾਨ ਯੋਧੇ ਭਿੜੇ ਆਪਸ ਵਿੱਚ। ਉਹਨਾਂ ਦੋਨਾਂ ਯੋਧਿਆਂ ਦੇ ਵਕਾਰ ਦਾ ਸਵਾਲ ਸੀ। ਉਹ ਮੌਕੇ ਦਾ ਜੋ ਨਜ਼ਾਰਾ ਸੀ, ਜੋ ਮੰਜ਼ਰ ਸੀ, ਉਹ ਇਸ ਕਿਲੇ ਨੇ ਸਨਮੁਖ ਤੱਕਿਆ। ਇਹਦੇ ਸਾਹਮਣੇ ਲੜਾਈ ਹੋਈ ਸੀ। ਇਹਨਾਂ ਕਿਲਿਆਂ ਤੇ ਸਲਤਨਤ ਬਹਾਲ ਕਰਨ ਵਾਸਤੇ, ਇਹਨਾਂ ਤੇ ਰਾਜ ਕਰਨ ਵਾਸਤੇ ਕਿਸੇ ਵਕਤ ਦੁਨੀਆ ਦੇ 2 ਮਹਾਨ ਯੋਧੇ ਆਪਸ ਵਿੱਚ ਭਿੜੇ ਸੀ। ਉਸ ਚੀਜ਼ ਦਾ ਇਹ ਸਾਕਸ਼ਾਤ ਗਵਾਹ ਖੜਾ, ਜਾ ਕੇ ਜਦ ਮਰਜ਼ੀ ਦੇਖ ਸਕਦੇ ਆ ਤੁਸੀਂ। ਨਾ ਮੇਰੇ ਮਗਰ ਜੋ ਦੇਖ ਰਹੇ ਹੋ ਪ੍ਰਿਥਵੀ ਰਾਜ ਚੌਹਾਨ ਦੇ ਕਿਲੇ ਦੀਆਂ ਕੁਝ ਨਿਸ਼ਾਨੀਆਂ। ਇੱਕ ਗੁੰਮਟੀ ਜੀ ਬਚੀ ਆ ਜਾਂ ਕੁਝ ਕੰਧਾਂ ਬਚੀਆਂ ਨੇ ਜਿਹੜੀਆਂ ਕਿ ਉਸ ਸਮੇਂ ਦੇ ਇਤਿਹਾਸ ਨੂੰ ਅੱਜ ਵੀ ਬਿਆਨ ਕਰ ਰਹੀਆਂ, ਠੀਕ ਆ, ਕਿ ਉਹ ਭੁੱਲ ਰਹੀਆਂ ਨੇ। ਇਹਦੇ ਮੈਂ ਦੱਸਦੇ ਵੀ ਪ੍ਰਿਥਵੀ ਰਾਜ ਚੌਹਾਨ ਇੰਨਾ ਬਹਾਦਰ ਯੋਧਾ ਸੀ ਨਾ ਕਿ ਉਹ ਕਹਿ ਲਓ ਕਿ ਭਾਲਾ, ਕਬਚ ਭਾਲਾ, ਕਿਰਪਾਨ ਤੇ ਢਾਲ, ਇਹਨਾਂ ਸਾਰਿਆਂ ਦਾ ਭਾਰ 207 ਕਿਲੋ ਹੁੰਦਾ ਸੀ। ਤੁਸੀਂ ਮੰਨ ਕੇ ਚੱਲੋ ਵੀ ਕਿੱਡਾ ਸਰੀਰ ਉਹਦਾ ਤਕੜਾ ਹੁੰਦਾ ਸੀ। ਉਹਦਾ ਰਾਜ ਜਿਹੜਾ ਸੀਗਾ ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ, ਪੰਜਾਬ ਦੇ ਕੁਝ ਭਾਗ, ਠੀਕ ਹੈ, ਇਹਨਾਂ ਇਲਾਕਿਆਂ ਦੇ ਉੱਤੇ ਜ਼ਿਆਦਾਤਰ ਹੁੰਦਾ ਸੀਗਾ। ਗੁਜਰਾਤ 'ਚ ਉਹਦਾ ਜਨਮ ਹੋਇਆ ਸੀ ਅਸਲ ਦੇ ਵਿੱਚ। ਤੇ ਇਸ ਕਿਸਮ ਦਾ ਮਹਾਨ ਰਾਜਾ ਸੀ ਉਹ। ਜਿਹੜੇ ਤੇ ਤੁਸੀਂ ਮੇਨ ਗੇਟ ਦੇਖ ਰਹੇ ਹੋ ਜੋ ਕਿਲੇ ਦੇ ਅੱਜ ਵੀ ਬਣੇ ਹੋਏ ਨੇ, ਇਹਦੇ ਕਹਿ ਲਓ ਕਿ ਲਾਲ ਪੱਥਰ ਹੁੰਦਾ ਸੀ, ਉਹਦੇ ਬਣੇ ਹੋਏ ਨੇ।
ਇੱਥੋਂ ਪਤਾ ਲੱਗਦਾ ਕਿ ਉਹ ਰਾਜਸਥਾਨ 'ਚੋਂ ਪੱਥਰ ਲਿਆ ਕੇ ਬਣਾਏ ਗਏ ਨੇ, ਕਿਉਂਕਿ ਲਾਲ ਪੱਥਰ ਆ ਜਿਹੜਾ ਰਾਜਸਥਾਨ 'ਚ ਪਾਇਆ ਜਾਂਦਾ। ਤੁਸੀਂ ਵੇਖੋਗੇ ਬਹੁਤ ਸਾਰੀਆਂ ਪੁਰਾਣੀਆਂ ਇਮਾਰਤਾਂ ਜਾਂ ਅੱਜ ਵੀ ਆਪਾਂ ਨਵੇਂ ਪਾਉਂਦੇ ਆ ਤਾਂ ਰਾਜਸਥਾਨ ਤੋਂ ਲਿਆਇਆ ਜਾਂਦਾ ਪੱਥਰ, ਉਹ ਖਾਸ ਕਿਸਮ ਦਾ ਪੱਥਰ ਹੁੰਦਾ ਵਾ। ਤੇ ਜਿਹੜੇ ਮੈਂ ਤੁਹਾਨੂੰ ਦੱਸਦਿਆਂ ਵੀ ਜਿਹੜੇ ਮੁਹੰਮਦ ਗੌਰੀ ਹੁਣੀ ਸੀ ਜਾਂ ਹੋਰ ਵੀ ਵੰਸ਼ ਆਏ ਨੇ, ਉਹ ਇਸੇ ਕਰਕੇ ਹੀ ਭਾਰਤ ਆਉਂਦੇ ਸੀ ਕਿਉਂਕਿ ਇੱਥੇ ਅਮੀਰ ਸੀ ਜ਼ਿਆਦਾ ਲੋਕ, ਕਿਉਂਕਿ ਇੱਥੇ ਹਰ ਸਹੂਲਤ ਸੀ, ਹਰ ਕਿਸਮ ਦਾ ਮੌਸਮ ਸੀ। ਤੇ ਤੁਹਾਡੇ ਮਨ 'ਚ ਸਵਾਲ ਹੋਊਗਾ ਵੀ ਮੁਹੰਮਦ ਗੌਰੀ ਤਾਂ ਜੰਗ ਜਿੱਤ ਗਿਆ, ਉਦੋਂ ਬਾਅਦ 'ਚ ਕੀ ਹੋਇਆ? ਉਸ ਤੋਂ ਬਾਅਦ ਇਹ ਹੋਇਆ ਸੀ ਕਿ ਉਹ ਗਜਨੀ ਚਲੇ ਗਿਆ ਸੀ। ਉਹਨੇ ਆਪਦੇ ਇੱਕ ਗੁਲਾਮ ਨੂੰ ਇੱਥੋਂ ਦਾ ਰਾਜਾ ਬਣਾਤਾ ਸੀਗਾ, ਰਾਜਪਾਲ ਬਣਾਤਾ ਸੀ, ਗਵਰਨਰ ਬਣਾਤਾ ਸੀ। ਉਹਦਾ ਨਾਂ ਸੀਗਾ ਕੁਤਬਦੀਨ ਐਬਕ, ਜਿੱਥੋਂ ਗੁਲਾਮ ਵੰਸ਼ ਦਾ ਸੀਗਾ, ਜਿਹੜਾ ਕਿ ਉਸ ਸਮੇਂ ਖਰੀਦਿਆ ਗਿਆ ਸੀ ਤੁਰਕਿਸਤਾਨ ਦੇ ਵਿੱਚੋਂ, ਕਿਉਂਕਿ ਉਦੋਂ ਆਮ ਤੌਰ ਤੇ ਗੁਲਾਮ ਖਰੀਦੇ ਜਾਂਦੇ ਹੁੰਦੇ ਸੀ, ਬਾਜ਼ਾਰਾਂ ਦੇ ਵਿੱਚ ਗੁਲਾਮ ਵਿਕਦੇ ਹੁੰਦੇ ਸੀ। ਤੇ ਇਸ ਕਿਸਮ ਦਾ ਸੀ ਮੁਹੰਮਦ ਗੌਰੀ। ਇਸ ਕਿਸਮ ਦੇ ਨਾਲ ਉਹਨੇ ਕੁਤਬਦੀਨ ਐਬਕ ਨੂੰ ਰਾਜ ਭਾਗ ਦਿੱਤਾ ਸੀ ਤੇ ਬਾਅਦ ਦੇ ਵਿੱਚ ਉਹ ਵਾਪਸ ਗਜਨੀ ਚਲੇ ਗਿਆ ਸੀਗਾ। ਠੀਕ ਆ, ਅੱਗੇ ਦੇ ਬਾਅਦ ਨੂੰ ਹੋਰ ਵੀ ਬਹੁਤ ਸਾਰੀਆਂ ਇਤਿਹਾਸਕ ਚੀਜ਼ਾਂ ਦਿਖਾਇਆ ਕਰਾਂਗੇ। ਕਿਵੇਂ ਲੱਗੀ ਸਾਡੀ ਇਹ ਜਾਣਕਾਰੀ? ਨਵਾਂ ਵਿਸ਼ਾ ਲੈ ਕੇ ਫਿਰ ਹਾਜ਼ਰ ਹੋਵਾਂਗੇ। ਸਤਿ ਸ੍ਰੀ ਅਕਾਲ।